ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਤੇ ਔਰਤਾਂ ਦੀ ਭੂਮਿਕਾ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਕੱਲ੍ਹ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ, ਜਿਸ ਨੂੰ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਢੰਗ ਨਾਲ ਮਨਾਇਆ ਜਾ ਰਿਹਾ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਦਿਨ ਨੂੰ ਜਿਹੜਾ ਹੈਗਾ ਇੱਕ ਨਵੇਕਲੇ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਇਸ ਦਿਨ ਦਾ ਮਹੱਤਵ ਕੀ ਹੈ ਤੇ ਕਿਸਾਨ ਜਥੇਬੰਦੀਆਂ ਇਸ ਦਿਨ ਨੂੰ ਕਿਸ ਤਰ੍ਹਾਂ ਮਨਾਉਣ ਜਾ ਰਹੀਆਂ ਨੇ। ਅਸਲ 'ਚ ਇਹ ਦਿਨ ਤਾਂ ਜਿਹੜਾ ਕੌਮਾਂਤਰੀ ਪੱਧਰ 'ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨਾਇਆ ਜਾਂਦਾ UNO ਵੱਲੋਂ ਵੀ, ਉਹਦਾ ਕਾਰਨ ਇਹ ਹੈ ਕਿ ਕਿਉਂਕਿ ਸਮਾਜ ਦੇ ਵਿੱਚ ਅਨੇਕ ਕਿਸਮ ਦੀਆਂ ਗੈਰ ਬਰਾਬਰੀਆਂ ਨੇ। ਇਹ ਜੈਂਡਰ ਦੀ ਗੈਰ ਬਰਾਬਰੀ, ਔਰਤ ਅਤੇ ਮਰਦ ਦੇ ਸੰਬੰਧਾਂ ਦੇ ਵਿੱਚ, ਇਸੇ ਤਰੀਕੇ ਦੇ ਨਾਲ ਸਮਾਜਿਕ ਹੋਰ ਟਾਈਪ ਦੀਆਂ ਜਾਤਾਂ ਦੀਆਂ ਗੈਰ ਬਰਾਬਰੀਆਂ ਨੇ, ਧਾਰਮਿਕ ਗੈਰ ਬਰਾਬਰੀਆਂ ਨੇ, ਬੜੀਆਂ ਚੀਜ਼ਾਂ ਗੈਰ ਬਰਾਬਰੀ ਦੇ ਨਾਲ ਸੰਬੰਧਿਤ ਨੇ। ਤਾਂ ਕੁਝ ਦਿਨ ਮੌਕੇ ਇਹੋ ਜਿਹੇ ਆਉਂਦੇ ਨੇ ਜਿਹੜਾ ਵਰਗ ਇਹ ਹੁੰਦਾ ਮਹਿਸੂਸ ਕੀਤਾ ਜਾਂਦਾ ਕਿ ਜੀ ਉਹ ਪਛੜ ਗਿਆ ਅਤੇ ਉਹਨੂੰ ਉਹਦੀਆਂ ਪ੍ਰਾਪਤੀਆਂ ਨੂੰ ਗਣਾਉਣ ਦੇ ਵਾਸਤੇ ਜਾਂ ਗਿਣਨ ਦੇ ਵਾਸਤੇ ਕੁਝ ਚੀਜ਼ਾਂ, ਇੱਕ ਜੱਦੋਜਹਿਦ ਜਦੋਂ ਹੁੰਦੀ ਹੈ ਕਿ ਹੋਰ ਹੱਕ ਮਿਲਣੇ ਚਾਹੀਦੇ ਨੇ, ਉਹਨਾਂ ਹੱਕਾਂ ਨੂੰ ਮਾਨਤਾ ਦੇਣ ਵਾਸਤੇ ਕਈ ਵਾਰ ਰਸਮੀ ਤੌਰ 'ਤੇ ਕੁਝ ਦਿਨ ਰੱਖੇ ਜਾਂਦੇ ਨੇ। 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਲਈ ਹੈ ਕਿ ਔਰਤਾਂ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਜਿਹੜੇ ਸਿਆਸੀ ਹਿੱਤ ਨੇ, ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ, ਤਾਂ ਜਿਹੜੇ ਜਾਂ ਉਹਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਨੇ, ਉਹਨਾਂ ਨੂੰ ਉਸ ਦਿਨ ਲਈ ਚਰਚਾ ਦੇ ਵਿੱਚ ਕੀਤਾ ਜਾਏ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਸੇ ਨਾਲ ਜੋੜ ਕੇ, ਕਿਉਂਕਿ ਸਾਡੇ ਇਸ ਖੇਤਰ ਦੇ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ, ਲਗਭਗ 100 ਦਿਨ ਤੋਂ ਜ਼ਿਆਦਾ ਹੋ ਗਿਆ, ਦਿੱਲੀ ਦੇ ਵਿੱਚ ਅਤੇ ਉਦੋਂ ਪਹਿਲਾਂ ਵੀ ਇੱਕ ਲੰਮਾ ਅੰਦੋਲਨ ਚੱਲ ਰਿਹਾ ਜਿਹਨੂੰ ਕਿਸਾਨ ਅੰਦੋਲਨ ਦਾ ਨਾਮ ਦਿੱਤਾ ਗਿਆ ਅਤੇ ਹੁਣ ਉਹ ਬਾਕੀ ਦੇ ਲੋਕ ਵੀ ਉਹਦੇ 'ਚ ਸ਼ਾਮਲ ਨੇ ਲੋਕ ਅੰਦੋਲਨ ਦੇ ਰੂਪ ਦੇ ਵਿੱਚ। ਕਿਸਾਨ ਅੰਦੋਲਨ ਨੇ ਪਹਿਲਾਂ ਵੀ ਔਰਤ ਕਿਸਾਨ ਦਿਵਸ ਦੇ ਰੂਪ ਦੇ ਵਿੱਚ ਵੀ ਇੱਕ ਦਿਨ ਮਨਾਇਆ ਸੀ, ਜਦੋਂ ਸਟੇਜ 'ਤੇ ਔਰਤਾਂ ਨੇ ਆਪਣੀ ਗੱਲ ਕੀਤੀ, ਖੇਤੀ ਕਿੱਤੇ ਨਾਲ ਸੰਬੰਧਿਤ ਗੱਲ ਕੀਤੀ। ਪਰ ਅੱਜ ਦਾ ਜਿਹੜਾ ਕੱਲ੍ਹ ਦਾ ਦਿਨ ਹੋਏਗਾ ਇਹ ਔਰਤ ਦਿਵਸ ਦੇ ਮਾਮਲੇ ਦੇ ਵਿੱਚ, ਉੱਥੇ ਵੀ ਔਰਤਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਔਰਤਾਂ ਆਪਣੇ ਢੰਗ ਨਾਲ ਆਪਣੀ ਗੱਲ, ਜਿਵੇਂ ਔਰਤ ਕਵਿੱਤਰੀਆਂ ਨੇ ਕਵਿਤਾਵਾਂ ਪੇਸ਼ ਕਰਨਗੀਆਂ, ਜਾਂ ਵੱਖ-ਵੱਖ ਫੀਲਡ ਦੀਆਂ ਜਿਹੜੀਆਂ ਔਰਤਾਂ ਨੇ ਉਹ ਆਪੋ ਆਪਣੀ ਕਹਾਣੀ, ਆਪੋ ਆਪਣੀਆਂ ਸਮੱਸਿਆਵਾਂ, ਆਪੋ ਆਪਣੀ ਭੂਮਿਕਾ, ਉਹ ਸਾਰੇ ਕਿਸਮ ਦੀ ਜਿਹੜੀ ਉਹ ਹੋਏਗੀ। ਤਾਂ ਇੱਕ ਲੋਕਾਂ ਦੇ ਸਾਹਮਣੇ ਮਤਲਬ ਇੱਕ ਮੰਚ ਪ੍ਰਦਾਨ ਕਰਨਾ ਕਿ ਉਹ ਆਪਣੀ ਗੱਲ ਕਹਿਣ ਦੇ ਲਈ ਉਹਨਾਂ ਨੂੰ ਮੰਚ ਮਿਲੇ। ਸਮਾਜਿਕ ਜੇ ਉਹ ਦੇਖਦੇ ਹਾਂ ਅਸੀਂ, ਔਰਤਾਂ ਕੋਲ ਮੰਚ ਮੁਕਾਬਲਤਨ ਬਹੁਤ ਘੱਟ ਨੇ, ਕਿਉਂਕਿ ਉਹਨਾਂ ਨੂੰ ਆਪਣੀ ਗੱਲ ਉਸ ਰੂਪ 'ਚ ਕਹਿਣ ਦੇ ਜਿਹੜੇ ਮੌਕੇ ਮਿਲਣੇ ਚਾਹੀਦੇ ਨੇ ਉਹ ਘੱਟ ਮੌਕੇ ਮਿਲਦੇ ਨੇ। ਸਮਾਜ ਦੀ ਬਰਾਬਰੀ ਤਾਂ ਉਸ ਗੱਲ 'ਤੇ ਨਿਰਭਰ ਕਰਦੀ ਹੁੰਦੀ ਹੈ ਕਿ ਕੁਝ ਖਾਸ ਦਿਨਾਂ ਦੇ ਤੱਕ ਹੀ ਉਹ ਮਤਲਬ ਸੀਮਤ ਨਾ ਰਹਿਣ, ਉਹ ਲਗਾਤਾਰ ਜ਼ਿੰਦਗੀ ਦੇ ਹਿੱਸੇ ਦੇ ਤੌਰ ਦੇ ਉੱਤੇ ਹੀ ਉਹ ਉਸੇ ਵੱਡੇ ਪੱਧਰ 'ਤੇ ਮੰਚ ਮਿਲਦੇ ਰਹਿਣ, ਫਿਰ ਇੱਕ ਗੱਲ ਉਸ ਲੈਵਲ 'ਤੇ ਹੁੰਦੀ ਹੈ। ਪਰ ਇਹ ਇੱਕ ਹਾਂ ਪੱਖੀ ਕਦਮ ਹੈ ਜਦੋਂ ਔਰਤਾਂ ਇੱਕ ਐਡੇ ਵੱਡੇ ਇਕੱਠਾਂ ਦੇ ਸਾਹਮਣੇ ਆਪਣੀ ਭੂਮਿਕਾ, ਪਹਿਲਾਂ ਉਹ ਮਤਲਬ ਰੇਲਵੇ ਲਾਈਨਾਂ 'ਤੇ, ਟੋਲ ਪਲਾਜ਼ਿਆਂ 'ਤੇ ਜਾਂ ਉੱਥੇ ਦੇ ਇਕੱਠਾਂ ਦੇ ਵਿੱਚ ਤਾਂ ਮੌਜੂਦ ਹੈਗੀਆਂ ਹੀ ਨੇ, ਪਰ ਜਦੋਂ ਮੰਚ ਤੋਂ ਆਪਣੀ ਗੱਲ ਕਹਿਣਗੀਆਂ ਅਤੇ ਬਾਕੀ ਲੋਕ ਸੁਣਨਗੇ, ਇਹ ਇੱਕ ਚੰਗੀ ਸ਼ੁਰੂਆਤ ਕਹੀ ਜਾਏਗੀ। ਜੀ ਹਮੀਰ ਸਿੰਘ ਜੀ, ਸਰਕਾਰਾਂ ਜਿਹੜੀ ਹੈਗੀਆਂ ਔਰਤਾਂ ਨੂੰ ਉਹਨਾਂ ਦੇ ਬਰਾਬਰ ਅਧਿਕਾਰ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਕਰਦੀਆਂ ਨੇ, ਪਰ ਅਸੀਂ ਜਾਣਨਾ ਚਾਹਾਂਗੇ ਵੀ ਕਿ ਔਰਤਾਂ ਦੇ ਜਿਹੜੇ ਅਧਿਕਾਰਾਂ ਦੀ ਇਸ ਟਾਈਮ ਮੌਜੂਦਾ ਸਥਿਤੀ ਕੀ ਹੈ, ਵੀ ਕਿ ਔਰਤਾਂ ਨੂੰ ਕੀ ਉਹਨਾਂ ਦੇ ਅਧਿਕਾਰ ਜਿਹੜੇ ਹੈਗੇ ਮਰਦਾਂ ਦੇ ਬਰਾਬਰ ਮਿਲ ਪਾ ਰਹੇ ਨੇ। ਉਹਦੇ 'ਚ ਦੋ ਤਰ੍ਹਾਂ ਦੀਆਂ ਬੜੇ ਟਾਈਪ ਦੀਆਂ ਗੱਲਾਂ ਨੇ। ਕੁਝ ਗੱਲਾਂ ਤਾਂ ਇਹ ਨੇ ਕਿ ਦੁਨੀਆ ਪੱਧਰ ਦੇ ਉੱਤੇ ਸਰਬਸੰਮਤੀ ਦੇ ਨਾਲ ਜਿਹੜੇ ਸਮਝੌਤੇ ਹੋਏ ਨੇ, ਜਿਹੜੀਆਂ ਪਾਲਿਸੀਆਂ ਹੋਈਆਂ ਨੇ, ਜਿਹੜੇ ਕਾਨੂੰਨ ਬਣੇ ਨੇ, ਜਿਹੜੇ ਮਤੇ ਪਏ ਨੇ, ਉਹਨਾਂ ਦਾ ਇੱਕ ਪਹਿਲੂ ਹੈ। ਦੂਜੇ ਪਾਸੇ ਜਿਹੜਾ ਉਹਦੇ 'ਤੇ ਅਮਲ ਹੁੰਦਾ ਜਾਂ ਨਹੀਂ ਹੁੰਦਾ, ਇਹ ਦੂਜਾ ਪਹਿਲੂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ UNO ਦਾ ਚਾਰਟਰ ਹੈ, ਸਰਬ ਵਿਆਪੀ ਐਲਾਨਨਾਮਾ 1948 ਦੇ ਵਿੱਚ ਲਾਗੂ ਹੋਇਆ ਸੀ, ਉਹਦੇ 'ਚ ਤਾਂ ਇਹ ਹੈ ਕਿ ਸਾਰੇ ਮਨੁੱਖ ਜਨਮ ਤੋਂ ਬਰਾਬਰ ਪੈਦਾ ਹੁੰਦੇ ਨੇ ਅਤੇ ਉਹਨੇ ਮਨੁੱਖ ਕਿਹਾ, ਉਹਦੇ 'ਚ ਨਾ ਔਰਤ ਹੈ, ਨਾ ਮਰਦ ਹੈ, ਨਾ ਕੋਈ ਹੋਰ ਜੈਂਡਰ ਹੈ, ਨਾ ਕੋਈ ਹੋਰ ਕਿਸੇ ਵੀ ਟਾਈਪ ਦਾ ਕੰਮ ਹੈ ਨਾ। ਔਰ ਔਰਤ ਦੇ ਮਾਮਲੇ ਦੇ ਵਿੱਚ ਵੀ ਇਹ ਸਭ ਤੋਂ ਬੇਸਿਕ ਇੱਕ ਚੀਜ਼ ਹੈ ਬਰਾਬਰੀ ਦੇ ਮਾਮਲੇ ਦੇ ਵਿੱਚ, ਕਿ ਅਜੇ ਅਸੀਂ ਔਰਤ ਨੂੰ ਰਿਸ਼ਤਿਆਂ ਦੇ ਰੂਪ ਦੇ ਵਿੱਚ ਤਾਂ ਮਾਨਤਾ ਦਿੰਦੇ ਹਾਂ, ਬੇਟੀ ਹੈ, ਭੈਣ ਹੈ, ਮਾਂ ਹੈ ਜਾਂ ਬਾਕੀ ਹੈ, ਇਹੋ ਜਿਹੇ ਇਨਸਾਨ ਉਹਦੇ ਬਰਾਬਰ ਦਾ ਜਿਹੜਾ ਹੱਕ ਦਾ ਕੁਐਸਚਨ ਹੈ, ਉਹਨੂੰ ਐਡਰੈਸ ਨਹੀਂ ਸਮਾਜ ਕਰ ਰਿਹਾ ਉਸ ਪੱਧਰ ਦੇ ਉੱਤੇ। ਹੁਣ ਸਾਡੇ ਦੇਸ਼ ਦੇ ਵਿੱਚ ਬਰਾਬਰ ਦਾ ਕੰਮ ਅਤੇ ਬਰਾਬਰ ਦੀ ਤਨਖਾਹ ਦਾ ਜਾਂ ਕਿੱਤੇ ਦਾ ਰੂਲ ਹੈ।
ਔਰ ਸਮਾਜ ਦੇ ਵਿੱਚ ਕਿੰਨੇ ਥਾਂ ਤੇ ਕਈ ਜਗ੍ਹਾ ਤਾਂ ਕਾਨੂੰਨੀ ਤੌਰ ਤੇ ਵੀ ਇਹ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਹਜੇ ਤੱਕ ਕਿ ਔਰਤ ਵੀ ਉਨੇ ਘੰਟੇ ਕੰਮ ਕਰਕੇ ਉਹਨੂੰ ਬਰਾਬਰ ਦਾ ਜੋ ਕੰਮ ਕਰਦੀ ਹੈ ਤੇ ਉਹਨੂੰ ਦਿਹਾੜੀ ਮਿਲੇ ਗੈਰ ਮਤਲਬ ਸੰਗਠਿਤ ਖੇਤਰ ਦੇ ਵਿੱਚ, ਤੇ ਉਹਨੂੰ ਅਸੀਂ ਮਾਨਤਾ ਦੇ ਰਹੇ ਹਾਂ ਉਸੇ ਪੱਧਰ ਦੇ ਕੇ ਚਲੋ ਜੀ ਠੀਕ ਹੈ ਜੀ। ਇੱਕ ਪੁਰਾਣਾ ਸਿਸਟਮ ਬਣਾਇਆ ਹੋਇਆ ਕਿ ਔਰਤ ਦੇ ਵਿੱਚ ਸਰੀਰ 'ਚੋਂ ਨਹੀਂ ਜਾਨ ਨਹੀਂ, ਉਹਨਾਂ ਉਹ ਕੰਮ ਕਰਨ ਦੀ ਸਮਰੱਥਾ ਨਹੀਂ, ਜੇ ਬਹੁਤ ਸਾਰਾ ਕੁਝ ਬਣਾ ਕੇ। ਦੂਜੀ ਗੱਲ ਇਹ ਹੈ ਕਿ ਔਰਤ ਦੇ ਮਾਮਲੇ ਦੇ ਵਿੱਚ ਜਿਹੜੀਆਂ ਬਾਕੀ ਪ੍ਰੈਕਟੀਕਲ ਗੱਲਾਂ ਨੇ, ਮੰਨ ਲਓ ਅਸੀਂ ਕਾਨੂੰਨ ਬਣਾਤਾ ਕਿ 2005 'ਚ ਬਣਿਆ, ਉਹ ਵੀ ਬੜਾ ਲੇਟ ਆ ਕੇ ਬਣਿਆ, ਕਿ ਔਰਤ ਨੂੰ ਆਪਣੇ ਪੇਰੈਂਟਸ ਦੀ ਜਾਇਦਾਦ ਦੇ ਵਿੱਚ ਬਰਾਬਰ ਦਾ ਹੱਕ ਹੈ। ਬੇਟੀ ਨੂੰ, ਔਰਤ ਦਾ ਮਤਲਬ ਨਹੀਂ ਬੇਟੀ, ਜੇ ਉਹ ਬੇਟਾ ਜਾਂ ਬੇਟੀ ਹੈ ਦੋਨੋਂ ਬਰਾਬਰ ਦੇ ਹਿੱਸੇਦਾਰ ਨੇ, 2 ਜਾਂ 3 ਨੇ। ਹੁਣ ਸਾਡਾ ਸਮਾਜ ਕਾਨੂੰਨ ਲਾਗੂ ਕਿੰਨਾ ਹੁੰਦਾ ਹੈ ਉਹ ਸਾਡੇ ਸਾਹਮਣੇ ਹੈ। ਇਸ ਕਰਕੇ ਕਿ ਬੇਟੇ ਜੇ 2 ਦੀ ਜਗ੍ਹਾ 3 ਵੀ ਹੋਣ, ਕਿਸੇ ਨੂੰ 3 ਵੰਡਾਂ ਪਾਉਣ 'ਚ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਸਮਾਜ ਇਹ ਮੰਨਦਾ ਹੀ ਇਹ ਹੈ ਵੀ ਭਾਈ ਇਹਨਾਂ ਦਾ ਬਰਾਬਰ ਦਾ ਹਿੱਸਾ ਹੈ ਔਰ ਇਹਨੂੰ ਦੇਣਾ। ਇੱਕ ਮੁੰਡਾ ਤੇ ਇੱਕ ਕੁੜੀ ਹੋਵੇ ਦੋਨਾਂ ਦੇ, ਤਾਂ ਕੁੜੀ ਦੇ ਹਿੱਸੇ 'ਚ ਇਹ ਪ੍ਰੋਬਲਮ ਹੈ, ਕਿਉਂਕਿ ਮਾਨਸਿਕ ਤੌਰ ਤੇ ਸਾਡੀ ਸਮਾਜ ਇਹ ਮੰਨ ਰਿਹਾ ਵੀ ਕੁੜੀ ਤਾਂ ਬੇਗਾਨਾ ਧਨ ਹੈ ਜੀ, ਉਹਨੇ ਬੇਗਾਨੀ ਜਗ੍ਹਾ ਜਾਣਾ ਹੈ, ਸਾਡੇ ਨਾਲ ਤਾਂ ਕੇਵਲ ਉਨਾ ਕੁ ਸਮਾਂ ਜਿੰਨਾ ਚਿਰ ਵਿਆਹ ਨਹੀਂ ਕੀਤਾ ਜਾਂਦਾ ਉਨੇ ਹੈ। ਔਰ ਜੇਕਰ ਉਹ ਕੁੜੀ ਇਹ ਕਹੇ ਕਿ ਮੈਂ ਜਿੱਥੇ ਜੰਮੀ ਆ, ਕਾਨੂੰਨ ਵੀ ਇਹ ਕਹਿੰਦਾ ਮੈਂ ਇੱਕ ਇਨਸਾਨ ਜੰਮੀ ਆ, ਉਹ ਮੁੰਡਾ ਵੀ ਹੋ ਸਕਦਾ ਸੀ ਤੇ ਮੈਂ ਕੁੜੀ ਹਾਂ, ਤੇ ਜੇ ਮੈਂ ਮੰਨ ਲਓ ਕੁੜੀ ਨਹੀਂ ਆ ਤੇ ਮੈਂ ਮੁੰਡਾ ਵੀ ਨਹੀਂ ਆ, ਤੇ ਅੱਜ ਕੱਲ੍ਹ ਤਾਂ 3rd ਜੈਂਡਰ ਦਾ ਸਵਾਲ ਵੀ ਹੈ, ਕਿੰਨੇ ਹੀ ਹੋਰ ਟਾਈਪ ਦੇ ਲਿੰਗਕ ਪਛਾਣਾਂ ਵੀ ਹੋਣ ਲੱਗ ਗਈਆਂ ਨੇ ਔਰ ਕੋਰਟਾਂ ਨੇ ਉਹਨਾਂ ਨੂੰ ਮਾਨਤਾ ਵੀ ਦਿੱਤੀ ਹੈ, ਤੇ ਫਿਰ ਉਹਦਾ ਕੀ ਕਰੋਗੇ? ਇਸ ਕਰਕੇ ਇਹ ਜੇ ਇਨਸਾਨੀਅਤ ਦੇ ਪੱਖ ਦੇ ਉੱਤੋਂ ਨਜ਼ਰੀਏ ਦੇ ਤੌਰ ਤੇ ਅਜੇ ਕਾਫੀ ਜ਼ਿਆਦਾ ਫਰਕ ਹੈ। ਔਰ ਅਮਲੀ ਪ੍ਰੈਕਟਿਸ ਦੇ ਤੌਰ ਤੇ ਅੱਜ ਜੇਕਰ ਕੋਈ ਧੀ ਉਹ ਆਪਣੇ ਪੇਕਿਆਂ ਤੋਂ ਉਹ ਬਰਾਬਰ ਦਾ ਹਿੱਸਾ ਮੰਗ ਲੇ ਤਾਂ ਉਦੋਂ ਸੰਬੰਧ ਟੁੱਟ ਜਾਂਦੇ ਨੇ ਜੀ। ਬਿਲਕੁਲ, ਮਤਲਬ ਜਿਹੜੀ ਮੁਹੱਬਤ ਹੈ, ਜਿਹੜਾ ਖੂਨ ਦਾ ਰਿਸ਼ਤਾ ਹੈ, ਜਿਹੜੇ ਪਿਆਰ ਹੈ, ਜਿਹੜਾ ਬਾਕੀ ਹੈ, ਉਹ ਉੱਥੇ ਤੱਕ ਇੱਕ ਸੀਮਤ ਹੱਦ ਤੱਕ ਹੈ ਜੀ ਕਿ ਆਪਣਾ ਮੁਹੱਬਤ ਹੈ। ਮੁਹੱਬਤ ਇੱਕ ਮਟੀਰੀਅਲ ਚੀਜ਼ ਨਾਲ ਤੁਰੰਤ ਕਿਵੇਂ ਟੁੱਟਦੀ ਹੈ, ਇਹਦਾ ਸਾਰੇ ਕੋਰਟਾਂ ਦੇ ਵਿੱਚ ਜਿਹੜੇ ਚੱਲ ਰਹੇ ਮੁਕੱਦਮੇ ਜਾਂ ਬਾਕੀ ਸਾਰਾ ਸਾਡੇ ਦੇਖਿਆ ਜਾ ਸਕਦਾ। ਇਹ ਮਾਮਲਾ ਅਜੇ ਮਾਨਸਿਕ ਤੌਰ ਤੇ ਸੈਟਲ ਨਹੀਂ ਹੋਇਆ। ਕੋਈ ਬੰਦਾ ਇਹ ਨਹੀਂ ਸੋਚਦਾ ਜੇ ਕੋਈ ਘੱਟ ਜਾਇਦਾਦ ਤਾਂ ਹੋ ਸਕਦਾ ਇਦੋਂ ਵੀ ਘੱਟ ਹੁੰਦੀ, ਤਾਂ ਮਤਲਬ ਜੇ ਬਰਾਬਰ ਦਾ ਹੱਕ ਹੈ ਤਾਂ ਬਰਾਬਰ ਦਾ ਹੱਕ ਹੈ। ਔਰ ਇਨਸਾਨੀਅਤ ਦੇ ਤੌਰ ਤੇ ਬਰਾਬਰ ਦੇ ਹੱਕ ਦੇ ਵਿੱਚ ਆਰਥਿਕ ਤੌਰ ਤੇ ਅਜੇ ਬਹੁਤ ਜ਼ਿਆਦਾ ਗੈਪ ਹੈ, ਸਾਡੇ ਸਾਹਮਣੇ ਦਿਖਾਈ ਦਿੰਦਾ। ਇਸੇ ਕਰਕੇ ਸਿਆਸੀ ਤੌਰ ਤੇ ਅਸੀਂ ਦੇਖੋ ਸਿਆਸਤ ਦੇ ਵਿੱਚ ਕਿੰਨਾ ਚਿਰ ਤੋਂ ਪਾਰਲੀਮੈਂਟ ਦੇ ਵਿੱਚ 10% ਵੀ ਕਦੇ ਨਹੀਂ ਗਿਆ ਇਹ ਮਤਲਬ ਹਿੱਸਾ, ਕਿ ਟੋਟਲ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੇ ਵਿੱਚ ਸਾਡੀਆਂ 'ਚ ਔਰਤ ਦੇ ਬਰਾਬਰ ਦਾ ਇੱਕ ਹਿੱਸਾ ਦੇ ਤੌਰ ਤੇ ਉਹਨੂੰ ਕਿਹਾ ਜਾਏ ਕਿ ਬਰਾਬਰ ਦੀ ਆਬਾਦੀ ਆ, ਉਹਨਾਂ 'ਚੋਂ ਵੀ ਲੋਕ ਸਿਆਸੀ ਖੇਤਰ 'ਚ ਆਉਂਦੇ ਚਾਹੀਦੇ ਨੇ। ਬਹੁਤੀਆਂ ਔਰਤਾਂ ਪਹਿਲਾਂ ਉਹਨਾਂ 'ਚ ਹੀ ਆਉਣ ਲੱਗੀਆਂ। ਮੰਨ ਲਓ ਜੇ ਟਿਕਟ ਕਿਸੇ ਬੰਦੇ ਨੂੰ ਨਹੀਂ ਦੇਣੀ ਪਾਰਟੀ ਨੇ, ਤਾਂ ਉਹ ਕਹਿੰਦਾ ਮੇਰੀ ਪਤਨੀ ਨੂੰ ਦੇ ਦਿਓ, ਮੇਰੇ ਕਿਸੇ ਬੇਟੀ ਨੂੰ ਦੇ ਦਿਓ, ਮੇਰੀ ਨੂੰਹ ਨੂੰ ਦੇ ਦਿਓ। ਇਸ ਐਂਗਲ ਤੋਂ ਗਈਆਂ ਨੇ ਪਰਿਵਾਰ 'ਚ, ਔਰਤ ਕਰਕੇ ਨਹੀਂ ਗਈਆਂ। ਔਰ ਇਸੇ ਕਰਕੇ ਜਿਹੜਾ 33% ਰਾਖਵੇਂ ਕਰਨ ਦਾ ਮੁੱਦਾ ਹੈ ਪਾਰਲੀਮੈਂਟ ਦੇ ਵਿੱਚ, ਉਹ 30 ਸਾਲਾਂ ਤੋਂ ਲਟਕ ਰਿਹਾ। ਛੋਟੇ ਸਾਲਾਂ ਤੋਂ ਹਰ ਪਾਰਟੀ ਸੱਤਾ ਵਿੱਚ ਆਈ ਹੈ, ਹਰ ਪਾਰਟੀ ਕਹਿੰਦੀ ਹੈ ਅਸੀਂ ਔਰਤਾਂ ਦੀ ਬਰਾਬਰੀ ਦੀ ਦਾਅਵੇਦਾਰੀ ਕਰਦੇ ਹਾਂ, ਤਾਂ ਵੱਖ-ਵੱਖ ਪਾਰਟੀਆਂ ਬਦਲ ਕੇ ਆਉਂਦੀਆਂ ਨੇ, ਉਹਨਾਂ ਦੀ ਕਦੇ ਉਹ ਵਿਰੋਧੀ ਧਿਰ 'ਚ ਹੁੰਦੀ ਹੈ, ਕਦੇ ਉਹ ਸੱਤਾ 'ਚ ਹੈ, ਤਾਂ ਉਹ ਕਾਨੂੰਨ ਪਾਸ ਕਿਉਂ ਨਹੀਂ ਹੁੰਦਾ? ਬਿਲਕੁਲ। ਇਹਦੇ ਤੋਂ ਵੀ ਇੱਕ ਅਗਲੀ ਜਿਹੜੀ ਹੋਰ ਪਹਿਲੂ ਹੈ ਪ੍ਰੈਕਟੀਕਲੀ, ਹੁਣੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਹੈ, ਮਿਊਨਿਸਪਲ ਇਲੈਕਸ਼ਨ ਜੀ, ਉੱਥੇ ਕਾਨੂੰਨੀ ਤੌਰ ਤੇ 50% ਔਰਤਾਂ ਦਾ ਰਾਖਵਾਂਕਰਨ ਹੈ, ਉਹਨਾਂ ਨੂੰ ਵੋਟਾਂ ਚੁਣਿਆ ਗਿਆ। ਇਦੋਂ ਪਹਿਲਾਂ ਪੰਚਾਇਤੀ ਚੋਣਾਂ ਨੇ, ਪੰਚਾਇਤ ਦੇ ਵਿੱਚ ਵੀ ਔਰਤਾਂ ਨੂੰ 50% ਸਰਪੰਚ ਵੀ ਬਣਨੀਆਂ ਨੇ, ਬਲਾਕ ਸੰਮਤੀ 'ਚ ਵੀ ਚੁਣੀਆਂ ਜਾਣੀਆਂ ਨੇ, ਜ਼ਿਲ੍ਹਾ ਪ੍ਰੀਸ਼ਦ 'ਚ ਵੀ ਉਹ 1 ਲੱਖ ਨੁਮਾਇੰਦਾ ਹੈ ਜੀ। ਬਿਲਕੁਲ। ਪਰ ਔਰਤਾਂ ਲਈ ਆਜ਼ਾਦ ਤੌਰ ਤੇ ਆਪਣੇ ਅਹੁਦੇ ਤੇ ਕੰਮ ਕਰਨ ਦਾ ਮਾਹੌਲ ਕਿੱਥੇ ਹੈ? ਸਰਕਾਰ ਨੂੰ ਵੀ ਪਤਾ ਹੈ ਕਿ ਬਾਈ ਪ੍ਰੋਕਸੀ ਉਹਨਾਂ ਦੇ ਅਹੁਦਿਆਂ ਤੇ ਕੰਮ ਹੋ ਰਹੇ ਨੇ, ਸਮਾਜ ਨੂੰ ਵੀ ਪਤਾ ਹੈ, ਸਮਾਜ 'ਚ ਵੀ ਇਹ ਮਾਨਤਾ ਹੈ ਕਿ ਉਹ ਔਰਤ ਨੂੰ ਸਰਪੰਚ ਨਹੀਂ ਕਹਿੰਦੇ, ਔਰਤ ਦੇ ਘਰ ਵਾਲੇ ਨੂੰ, ਉਹਦੇ ਮੁੰਡੇ ਨੂੰ, ਉਹਦੇ ਸਹੁਰੇ ਨੂੰ, ਜਿਹੜਾ ਵੀ ਕੰਮ ਕਰਦਾ ਉਹਨੂੰ ਸਰਪੰਚ ਸਾਹਿਬ ਕਹਿੰਦੇ ਨੇ, ਜਿਹੜਾ ਕਿ ਸਰਪੰਚ ਦਾ ਉਹਦਾ ਨਹੀਂ ਹੈ ਜੀ। ਬਿਲਕੁਲ। ਹੁਣ ਇੱਕ ਡਿਗਰੀ ਲੈ ਕੇ ਕੋਈ ਬੰਦਾ ਆਏ ਕਿਸੇ ਹੋਰ ਮਾਮਲੇ ਤੋਂ, ਉਹਦੀ ਡਿਗਰੀ ਦਾ ਉਹਦਾ ਦੂਜੇ ਨੂੰ ਥੋੜ੍ਹੀ ਦਿੱਤਾ ਜਾ ਸਕਦਾ, ਪਰ ਸਾਡੇ ਚੱਲ ਰਿਹਾ ਸਮਾਜਿਕ ਮਾਨਤਾ ਹੈ ਉਹਨੂੰ ਕਾਨੂੰਨ ਤੋਂ ਜ਼ਿਆਦਾ। ਔਰ ਜਦੋਂ ਸਮਾਜਿਕ ਮਾਨਤਾ ਉਹਨਾਂ ਚੀਜ਼ਾਂ ਦੇ ਵਿੱਚ ਰਹੇਗੀ ਤਾਂ ਫਿਰ ਅਸੀਂ ਕਿਵੇਂ ਸਮਾਜ ਬਰਾਬਰੀ ਦੇ ਸਮਾਜ ਦੀ ਗੱਲ ਕਰਦੇ ਹਾਂ ਕਿ ਅਸੀਂ ਕੈਸਾ ਮਾਹੌਲ ਬਣਾਇਆ ਹੋਇਆ ਹੈ। ਵੈਸੇ ਤਾਂ ਇਹ ਲੋੜ ਨਹੀਂ ਸੀ ਪੈਣੀ ਚਾਹੀਦੀ ਜੇ ਬਰਾਬਰੀ ਦਾ ਸਮਾਜ ਹੁੰਦਾ ਕਿ ਔਰਤ ਲਈ ਰਾਖਵਾਂਕਰਨ ਹੋਵੇ, ਬਾਕੀ ਲਈ ਨਾ ਹੋਵੇ, ਯੋਗਤਾ ਦੇ ਆਧਾਰ ਤੇ ਆਪ ਹੀ ਅੱਗੇ ਲੋਕ ਵੱਧ ਜਾਣੇ ਸੀ। ਇਹ ਮਾਹੌਲ ਉਦੋਂ ਵਾਪਰ ਰਿਹਾ ਜਦੋਂ ਪਿਛਲੇ ਕਿੰਨੇ ਹੀ ਸਾਲਾਂ ਤੋਂ ਜਿੰਨੇ ਵੀ ਰਿਜ਼ਲਟ ਆ ਰਹੇ ਨੇ ਛੋਟੀਆਂ ਕਲਾਸਾਂ ਤੋਂ ਲੈ ਕੇ ਵੱਡੀਆਂ ਤੱਕ, ਉਦੋਂ ਕੁੜੀਆਂ ਜਿਹੜੀਆਂ ਨੇ ਉਹ ਬਾਜੀ ਮਾਰ ਰਹੀਆਂ ਨੇ। ਬਿਲਕੁਲ। ਜੇ ਉਹ ਦਿਮਾਗੀ ਤੌਰ ਤੇ ਟੌਪਰ ਨੇ, ਜੇ ਉਹ ਪੜ੍ਹਾਈ ਲਿਖਾਈ 'ਚ ਅੱਗੇ ਨੇ, ਤਾਂ ਉਹ ਸਮਾਜਿਕ ਸਿਆਸੀ ਬਾਕੀ ਕੰਮਾਂ 'ਚ ਕਿਉਂ ਨਹੀਂ ਚੰਗੇ ਤਰੀਕੇ ਨਾਲ ਨਿਭਾ ਸਕਣਗੀਆਂ? ਇਹ ਤਾਂ ਮੋਟੀ ਜੀ ਗੱਲ ਹੈ। ਨਾਲੇ ਇੱਕ ਹੁਣ ਬਿਲਕੁਲ ਹੋਰ
ਪਹਿਲੂ ਜੇਕਰ ਸਮਾਜਿਕ ਤੇ ਆਪਾਂ ਗੱਲ ਕਰੀਏ, ਜਿਹੜੇ ਮੈਟਰੋਮੋਨੀਅਲ ਨੇ ਵਿਆਹਾਂ ਦੇ ਇਸ਼ਤਿਹਾਰ ਨੇ ਉਹ ਬਦਲ ਗਏ ਨੇ। ਜੀ ਹੁਣ ਉਹ ਕਿਹਾ ਜਾਂਦਾ ਕਿ ਅੱਜ ਕੱਲ੍ਹ ਸਾਡੇ ਰਿਵਾਜ ਹੈ ਬਾਹਰ ਜਾਣ ਦਾ, ਤਾਂ ਸਭ ਤੋਂ ਜ਼ਿਆਦਾ ਹੀ ਹੋ ਗਿਆ ਕਿ ਬਾਹਰ ਜਾਣਾ ਹੈ ਜੀ। ਬੈਂਡ ਕੌਣ ਲੈਂਦਾ ਜ਼ਿਆਦਾ? ਉਹ ਕੁੜੀਆਂ ਲੈਂਦੀਆਂ ਨੇ, ਮੁੰਡਿਆਂ ਤੋਂ ਨਹੀਂ ਲੈ ਜਾਂਦੇ। ਔਰ ਇਸ਼ਤਿਹਾਰ ਇਹ ਜਿਹੇ ਆਉਣ ਲੱਗੇ ਵੀ ਕੁੜੀ 6 ਜਾਂ 7 ਬੈਂਡ ਵਾਲੀ ਚਾਹੀਦੀ ਹੈ, ਖਰਚਾ ਮੁੰਡੇ ਵਾਲੇ ਆਪ ਹੀ ਕਰ ਦੇਣਗੇ ਤਾਂ ਕਿ ਬਾਹਰ ਲੈ ਜੇ। ਉਹ ਇਸ਼ਤਿਹਾਰ ਬਦਲ ਗਏ ਨੇ ਇਸੇ ਤਰੀਕੇ ਦੇ ਨਾਲ। ਮਤਲਬ ਕੁੜੀ ਨੂੰ ਇਸ ਕੰਮ ਲਈ ਤਾਂ ਵਰਤਣਾ ਠੀਕ ਹੈ ਵੀ ਬੱਚੇ ਨੂੰ ਬਾਹਰ ਲੈ ਜਾਈਏ ਤਾਂ ਕਿ ਅਸੀਂ ਖਰਚਾ ਕਰ ਦਾਂਗੇ, ਪਰ ਉਹਦੇ ਲਈ ਉਹ ਬਰਾਬਰ ਦੀ ਮਾਨਤਾ ਉਸੇ ਘਰ ਦੇ ਵਿੱਚ ਵੀ ਤੇ ਉਦੋਂ ਬਾਹਰ ਵੀ ਬਾਕੀ ਚੀਜ਼ਾਂ 'ਚ ਇਹ ਅਜੇ ਬਹੁਤ ਬੜੇ ਪੱਧਰ ਤੇ ਇੱਕ ਵਿਚਾਰ ਚਰਚਾ ਦੀ ਜਾਂ ਮੰਥਨ ਦੀ ਜਾਂ ਸਮਾਜਿਕ ਸਰੋਕਾਰਾਂ ਨਾਲ ਜੋੜ ਕੇ ਇਹਨੂੰ ਚਰਚਾ ਦੀ ਸੰਵਾਦ ਦੀ ਮੰਗ ਕਰਦੀ ਚੀਜ਼ ਹੈ। ਇਹ ਟਕਰਾਅ ਦਾ ਸਵਾਲ ਨਹੀਂ ਹੈ। ਇਹ ਐਂ ਟਕਰਾਅ ਨਹੀਂ ਹੈ ਕਿ ਔਰਤ ਅਲੱਗ ਹੈ ਮਰਦ ਅਲੱਗ ਹੈ, ਹੁਣ ਮਰਦ ਦੇ ਉੱਪਰ ਦੀ ਔਰਤ ਆਉਣੀ ਚਾਹੀਦੀ ਹੈ, ਪਹਿਲਾਂ ਮਰਦ ਉੱਪਰ ਸੀ, ਇਹ ਕੁਐਸਚਨ ਨਹੀਂ। ਐ ਜੇ ਇਨਸਾਨ ਇਨਸਾਫ ਪਸੰਦ ਸੁਸਾਇਟੀ ਕਿਵੇਂ ਸਿਰਜੀ ਜਾ ਸਕਦੀ ਹੈ ਜਿੱਥੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ, ਬਰਾਬਰ ਦੀ ਭੂਮਿਕਾ 'ਚ ਕਿਵੇਂ ਲਿਆਂਦੀ ਜਾ ਸਕਦੀ ਹੈ, ਇਹ ਸਵਾਲ ਔਰਤ ਦਿਵਸ ਨਾਲ ਜੋੜ ਕੇ ਜਾਂ ਬਰਾਬਰ ਬਾਕੀ ਦੇ ਦਿਨਾਂ ਨਾਲ ਜੋੜ ਕੇ ਬਹੁਤ ਵੱਡੇ ਪੱਧਰ ਤੇ ਚਰਚਾ ਦੀ ਮੰਗ ਕਰਦਾ ਜੀ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਹੈ, ਚਾਹੇ ਗੱਲ ਕਰੀਏ ਕੰਮਕਾਰ ਦੀ, ਨੌਕਰੀ ਪੇਸ਼ੇ ਦੀ ਜਾਂ ਸਿਆਸਤ ਦੀ, ਵੀ ਕਿ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਦੇ ਵੱਡੀ ਵੱਡੀ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ, ਪਰ ਇਹ ਜਿਹੜੀ ਵਾਸਤਵਿਕ ਤੌਰ ਤੇ ਬਹੁਤ ਜਿਹੜੀ ਹੈਗੀ ਦੂਰ ਦੇਖੀਆਂ ਜਾ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਅਧਿਕਾਰ ਦੇਣ ਲਈ ਕਿਸ ਤਰ੍ਹਾਂ ਜਿਹੜੇ ਹੈਗੇ ਬਦਲਾਅ ਦੀ ਲੋੜ ਹੈ ਤਾਂ ਜੋ ਔਰਤਾਂ ਨੂੰ ਉਹਨਾਂ ਦਾ ਬਣਦਾ ਅਧਿਕਾਰ ਦਿੱਤੇ ਜਾ ਸਕਣ। ਇੱਕ ਤਾਂ ਸਭ ਤੋਂ ਬੜਾ ਸਾਡੇ ਇਕਨੋਮਿਕ ਖੇਤਰ ਦਾ, ਆਰਥਿਕ ਖੇਤਰ ਦਾ ਔਰਤਾਂ ਦਾ ਜਾਇਦਾਦ 'ਚ ਹਿੱਸਾ ਜਾਂ ਬਾਕੀ ਅਰਥ ਵਿਵਸਥਾ 'ਚ ਉਹ ਤਾਂ ਹੈਗਾ ਹੀ ਹੈ ਕਿ ਉੱਧਰ ਲਿਆਉਣਾ ਪਏਗਾ। ਪਰ ਨਾਲ ਦੀ ਨਾਲ ਤੁਸੀਂ ਦੇਖੋ ਕਿ ਜਿਹੜੀਆਂ ਔਰਤਾਂ ਘਰਾਂ 'ਚ ਕੰਮ ਕਰਦੀਆਂ ਨੇ, ਸਾਡੇ ਇੱਕ ਵਰਕਿੰਗ ਮੂਵਮੈਂਟ, ਇੱਕ ਕਨਸੈਪਟ ਚੱਲਦਾ ਕੰਮਕਾਜੀ ਔਰਤ। ਜਿਹੜੀ ਔਰਤ ਘਰ ਤੋਂ ਬਾਹਰ ਜਾ ਕੇ ਕਿਸੇ ਹੋਰ ਨੌਕਰੀ ਕਰਦੀ ਆ ਉਹ ਤਾਂ ਹੈਗੀ ਕੰਮਕਾਜੀ ਔਰਤ। ਜਿਹੜੀ ਔਰਤ ਘਰ 'ਚ ਹੀ ਕੰਮ ਕਰਦੀ ਆ, ਉਦੋਂ ਜ਼ਿਆਦਾ ਕੰਮ ਕਰਦੀ ਹੋਵੇ ਤੇ ਉਦੋਂ ਜ਼ਿਆਦਾ ਪਰਿਵਾਰਾਂ ਨੂੰ ਪਾਲਦੀ ਹੋਵੇ, ਸਭ ਕੰਮ ਕਰ, ਉਹ ਕੰਮਕਾਜੀ ਔਰਤ ਨਹੀਂ ਹੈ। ਉਹਦੇ ਵੱਲੋਂ ਕੀਤਾ ਗਿਆ ਕੰਮ ਆਰਥਿਕ ਦਾਇਰੇ ਦੇ ਵਿੱਚ ਕਿਸੇ ਹਿਸਾਬ ਕਿਤਾਬ 'ਚ ਨਹੀਂ ਆਉਂਦਾ ਅੱਜ ਤੱਕ। ਸਾਡੇ ਰੂਲ ਨੇ ਅਰਥ ਸ਼ਾਸਤਰ ਦੇ, ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਾਂ ਬਾਕੀ ਜਗ੍ਹਾ ਰਹਿ ਰਹੇ ਹਾਂ। ਤੇ ਜੇ ਅਸੀਂ ਢਾਬੇ ਤੇ ਰੋਟੀ ਖਾਂਦੇ ਹਾਂ ਤੇ ਢਾਬੇ ਦੇ ਵਿੱਚ ਲੱਗਦਾ ਹੈ ਨਾ ਕਿ ਪਕਾਉਣ ਵਾਲੇ ਤੋਂ ਲੈ ਕੇ ਸਾਰੀਆਂ ਚੀਜ਼ਾਂ ਦਾ ਇੱਕ ਸਿਸਟਮ ਹੈ। ਤੇ ਜੇ ਔਰਤਾਂ ਦਾ ਰੋਟੀ ਦਾ, ਜਿੰਨੀਆਂ ਉਹ ਔਰਤਾਂ ਕੰਮ ਕਰਦੀਆਂ ਨੇ ਪਸ਼ੂਆਂ ਦੀ ਦੇਖ ਰੇਖ ਦਾ, ਜਿੰਨੀਆਂ ਔਰਤਾਂ ਕੰਮ ਕਰਦੀਆਂ ਨੇ ਬਾਹਰਲੇ ਕਿੱਤਿਆਂ 'ਚ ਲੱਗੇ ਲੋਕਾਂ ਦੀ ਸਪੋਰਟ ਦਾ, ਉਹ ਸਾਰੇ ਕਿਸੇ ਅਰਥ ਵਿਵਸਥਾ ਦੇ ਦਾਇਰੇ 'ਚ ਤਾਂ ਆਉਣੇ ਚਾਹੀਦੇ ਨੇ। ਤੇ ਜੇ ਉਹ ਨਹੀਂ ਆਉਂਦੇ ਤਾਂ ਫਿਰ ਅਸੀਂ ਬਰਾਬਰੀ ਦਾ ਕਨਸੈਪਟ ਦਾ ਸਵਾਲ ਕਿ ਸਾਨੂੰ ਉਹ ਰੂਲ ਤੇ ਉਹ ਨਿਯਮ ਬਦਲਣੇ ਪੈਣਗੇ ਕਿ ਕੰਮ ਕਿਤੇ ਵੀ ਬੈਠਾ ਕੋਈ ਬੰਦਾ ਕਰਦਾ ਉਹਦੇ ਕੰਮ ਨੂੰ ਮਾਨਤਾ ਦੇਣੀ, ਉਹਦੇ ਕੰਮ ਨੂੰ ਉਸ ਭਾਸ਼ਾ ਦੇ ਵਿੱਚ, ਉਸ ਪਰਿਭਾਸ਼ਾ ਦੇ ਵਿੱਚ ਲੈ ਕੇ ਆਉਣਾ ਤਾਂ ਕਿ ਸਭ ਨੂੰ ਇੱਕ ਉਸ ਨਜ਼ਰੀਏ ਨਾਲ ਦੇਖੇ। ਨਹੀਂ ਤਾਂ ਫਿਰ ਉਹ ਵਿਹਲਾ ਕਰਦਾ। ਹੁਣ ਤੁਸੀਂ ਨਾਰਮਲੀ ਔਰਤ ਜਿਹੜੀ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਹੈ, ਸਭ ਤੋਂ ਲੇਟ ਸੌਂਦੀ ਹੈ, ਤੇ ਉਹਨੂੰ ਪੁੱਛੋ ਤੇ ਤੁਸੀਂ ਕੀ ਕਰਦੇ ਹੋ, ਉਹ ਕਹਿੰਦੇ ਆਪਾਂ ਤਾਂ ਵਿਹਲੇ ਹੀ ਆ, ਘਰ ਹੀ ਹੁੰਦੇ ਆ। ਤੇ ਵਿਹਲ ਤਾਂ ਇੱਕ ਟਾਈਮ ਵੀ ਨਹੀਂ ਹੁੰਦੀ। ਵਿਹਲ ਤਾਂ ਉਦੋਂ ਅਸੀਂ ਆਪਣੀਆਂ ਮਾਵਾਂ ਨੂੰ, ਆਪਣੇ ਬਾਕੀ ਲੋਕਾਂ ਨੂੰ ਦੇਖ ਹੀ ਰਹੇ ਹਾਂ, ਸਾਰੀ ਜ਼ਿੰਦਗੀ ਦੇਖ ਰਹੇ ਹਾਂ ਜਿਸ ਤਰੀਕੇ ਨਾਲ ਉਹ ਕੰਮ ਕਰਦੀਆਂ ਨੇ। ਜੇ ਉਹ ਡਿਊਟੀ ਵੀ ਕਰਕੇ ਆਉਂਦੀ ਹੈ ਤਾਂ ਬੱਚੇ ਸਾਂਭਣ ਤੋਂ ਲੈ ਕੇ, ਰੋਟੀਆਂ ਪਕਾਉਣ ਤੋਂ ਲੈ ਕੇ, ਕੱਪੜੇ ਧੋਣ ਤੋਂ ਸਾਰੀ ਜ਼ਿੰਮੇਵਾਰੀ ਉਹਦੀ ਨਾਰਮਲੀ ਉਦੋਂ ਜ਼ਿਆਦਾ ਹੈ ਕਿਸੇ ਵੀ ਰੂਪ ਦੇ ਵਿੱਚ। ਔਰ ਇਸੇ ਕਰਕੇ ਇਹ ਜਿਹੜਾ ਇੱਕ ਮਾਹੌਲ ਹੈ ਉਹਨੂੰ ਬਦਲਣ ਦਾ ਸਵਾਲ ਹੈ। ਅਗਲੀ ਗੱਲ ਇਹ ਹੈ ਕਿ ਇਦੋਂ ਬਾਅਦ ਇਕੱਲੇ ਕਹਿ ਰਹੇ ਦਿਨਾਂ ਨਾਲ ਨਹੀਂ ਕੰਮ ਚੱਲ ਸਕਦਾ ਜੀ। ਉਹ ਦਿਨ ਉਦੋਂ ਹੋਣਗੇ ਪਹਿਲਾਂ ਜਦੋਂ ਹੁਣ ਔਰਤਾਂ ਬੋਲਣਗੀਆਂ ਜੀ, ਅੱਜ ਸਟੇਜ ਤੇ ਆਦਮੀ ਨਹੀਂ ਹੋਣਗੇ, ਉਹ ਆਊਗੀ। ਉਹ ਔਰਤਾਂ ਨੇ ਔਰਤਾਂ ਨੂੰ ਜੇਕਰ ਸੁਣਾਉਣਾ ਹੈ, ਔਰਤਾਂ ਨੇ ਆਪਸ ਦੇ ਵਿੱਚ ਹੀ ਜੇਕਰ ਗੱਲ ਕਰਨੀ ਹੈ ਤਾਂ ਕੀ ਹੋਏਗਾ? ਇੱਕ ਦੂਜੇ ਨੂੰ ਸੁਣਾਉਣਾ ਹੈ, ਇੱਕ ਦੂਜੇ ਤੇ ਮਿਕਸ ਕਿਵੇਂ ਹੋਣਾ ਹੈ ਤੇ ਮਿਕਸ ਲੀਡਰਸ਼ਿਪ ਕਿਵੇਂ ਆਏ। ਡੇਲੀ ਦੀ ਤਰਜ਼ ਦੇ ਉੱਤੇ ਉਹਨਾਂ ਸਟੇਜਾਂ ਦੇ ਉੱਤੇ ਔਰਤਾਂ ਵੀ ਤੇ ਮਰਦ ਵੀ ਆਪਣੀਆਂ ਗੱਲਾਂ ਕਹਿਣ, ਆਪਣੇ ਤਰੀਕੇ ਨਾਲ ਕਹਿਣ, ਤੇ ਡੇਲੀ ਦੀ ਜਿੰਨੀਆਂ ਵੀ ਹੋਰ ਕਾਰਵਾਈਆਂ ਨੇ ਉਹਦੇ 'ਚ ਵੀ ਜਦੋਂ ਮਿਲ ਕੇ ਆਪਸ ਦੇ ਵਿੱਚ ਗੱਲਾਂ ਕਰਨਗੇ ਤਾਂ ਉਹ ਤਬਦੀਲੀ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ। ਕਿਉਂਕਿ ਤਬਦੀਲੀ ਇੱਕ ਸਾਈਡ ਤੋਂ ਨਹੀਂ ਆ ਸਕਦੀ, ਤਬਦੀਲੀ ਸਾਂਝੀ ਆਉਣੀ ਹੈ, ਕਿਉਂਕਿ ਸਾਂਝਿਆਂ ਦੇ ਤੌਰ 'ਤੇ ਜ਼ਿੰਦਗੀ ਨੇ ਜਿਉਣਾ ਹੈ, ਸਾਂਝੀ ਦੇ ਤੌਰ 'ਤੇ ਚਾਹੇ ਸਿਆਸਤ ਹੋਵੇ, ਸੱਭਿਆਚਾਰ ਹੋਵੇ, ਬਾਕੀ ਸੱਭਿਆਚਾਰਕ ਪਹਿਲੂ ਦਾ ਸਵਾਲ ਹੈ। ਸਾਨੂੰ ਬਹੁਤ ਚੀਜ਼ਾਂ 'ਤੇ ਤਵੱਜੋ ਦੇਣੀ ਪਏਗੀ। ਸਾਡੇ ਵਿਰਸੇ 'ਚ ਬਹੁਤ ਚੰਗੀਆਂ ਗੱਲਾਂ ਵੀ ਨੇ, ਸਾਡੇ ਸੱਭਿਆਚਾਰ 'ਚ ਬਹੁਤ ਚੰਗੀਆਂ ਗੱਲਾਂ ਵੀ ਨੇ, ਪਰ ਬਹੁਤ ਐਸੀਆਂ ਗੱਲਾਂ ਵੀ ਨੇ ਜਿਹੜੀਆਂ ਐਂਟੀ ਵੂਮਨ ਨੇ, ਔਰਤ ਦੇ ਖਿਲਾਫ ਨੇ। ਅਸੀਂ ਜਿੰਨੀਆਂ ਗਾਲਾਂ ਕੱਢਦੇ ਹਾਂ, ਲੜਦੇ ਆਪਸ 'ਚ, ਗਾਲਾਂ ਮਾਵਾਂ ਤੇ ਭੈਣਾਂ ਦੀਆਂ ਔਰਤਾਂ ਦੇ ਨਾਂ 'ਤੇ ਕੱਢਦੇ ਹਾਂ ਇੱਕ ਦੂਜੇ ਨੂੰ। ਤੇ ਬਾਕੀ ਜਿੰਨੀਆਂ ਵੀ ਚੀਜ਼ਾਂ ਵਾਪਰ ਰਹੀਆਂ ਨੇ ਆ ਸਮਾਜ 'ਚ, ਜਿਹੜੀ ਜ਼ਹਿਰ ਹੈ ਔਰਤਾਂ ਨਾਲ, ਰੇਪ ਕੇਸ ਦੇ ਮਾਮਲੇ ਨੇ, ਹੱਲੋ ਮਾਜਰੇ ਦੀ ਬੱਚੀ ਦਾ ਸਵਾਲ ਹੈ, ਕਤਲ ਹੋ ਗਿਆ, ਇਸ ਤੋਂ ਬਾਅਦ ਦੀਆਂ ਸੈਂਕੜੇ ਘਟਨਾਵਾਂ ਜਿਹੜੀਆਂ ਹੋਰ ਵਾਪਰ ਰਹੀਆਂ ਨੇ, ਉਹ ਫਾਰਦੀ ਟਾਈਮ ਵੀ ਕੰਮ ਦਿੰਦੀਆਂ ਨੇ। ਇੱਕ ਝੰਜੋੜਾ ਜਿਹਾ ਆਉਂਦਾ ਤੇ ਮੁੜ ਕੇ ਜੀ ਆਹ ਕਰੋ, ਆਹ ਕਾਨੂੰਨ ਬਣਾਓ, ਇੱਕ ਕਮਿਸ਼ਨ ਬਣਾ ਦਿਓ, ਇੱਕ ਕਮੇਟੀ ਬਣਾ ਦਿਓ। ਉਹ ਕੁਐਸਚਨ ਇਹ ਨਹੀਂ ਹੈ। ਉਹ ਔਰਤ ਦੇ ਨਾਲ ਰੇਪ ਇਸ ਕਰਕੇ ਨਹੀਂ ਹਟ ਰਿਹਾ ਕਿ
ਔਰਤਾਂ ਚੌਕਸਨੀ ਜਾਂ ਪੁਲਿਸ ਚੌਕਸਨੀ ਕੱਲਾ। ਜੀ ਜਿਸ ਢੰਗ ਨਾਲ ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ, ਜਿਸ ਢੰਗ ਨਾਲ ਇਹ ਸਮਾਜ ਮੁੰਡਿਆਂ ਨੂੰ ਪਾਲਦਾ ਹੈ, ਜੀ ਮਰਦ ਫੈਮਿਲੀ ਜਿਹਨੂੰ ਪਾਲਦਾ ਹੈ, ਇਹ ਉਹਦੇ ਚੋਂ ਇਨਬਿਲਟ ਨੇ, ਉਹਦੇ ਚੋਂ ਸਿਖਾਈਆਂ ਜਾਂਦੀਆਂ ਚੀਜ਼ਾਂ ਨੇ ਕਿ ਅਗਰੈਸਰ ਦੇ ਤੌਰ ਤੇ ਤੁਹਾਡਾ ਹੱਕ ਹੈ, ਜਾਂ ਜਿਵੇਂ ਵੀ ਤੁਸੀਂ ਕਰ ਰਹੇ ਹੋ, ਜਿਹੜੀਆਂ ਵੀ ਚੀਜ਼ਾਂ ਤੁਸੀਂ ਕਰਦੇ ਹੋ। ਕੱਲ੍ਹ ਪਰਸੋਂ ਕੁਝ ਦਿਨਾਂ ਦੀ ਉਹ ਅਜੇ ਗੱਲ ਹੈ, ਸੁਪਰੀਮ ਕੋਰਟ ਦਾ ਚੀਫ ਜਸਟਿਸ ਇੱਕ ਬੈਂਚ ਦੇ ਤੌਰ ਤੇ ਪੁੱਛ ਰਹੇ ਨੇ ਇੱਕ ਲੜਕੀ ਨੂੰ ਕਿ ਹੁਣ ਤੂੰ ਬਾਲਗ ਹੋ ਗਈ, ਤੇਰੇ ਨਾਲ ਰੇਪ ਹੋਇਆ ਸੀ, ਤੂੰ ਉਹਦੇ ਨਾਲ ਵਿਆਹ ਕਰਾ ਸਕਦੀ ਹੈ? ਇਸ ਲੈਵਲ ਦੇ ਨਿਆਂ ਤੰਤਰ ਦੇ ਵਿੱਚ ਵੀ ਜਦੋਂ ਇਹ ਸਵਾਲ ਖੜੇ ਹੋ ਸਕਦੇ ਹੁਣ, ਸਾਡੇ ਅੱਜ ਦਾ ਜਿਹੜਾ ਐਡੀਟੋਰੀਅਲ ਹੈ ਪੰਜਾਬੀ ਟ੍ਰਿਬਿਊਨ ਦਾ ਸਵਰਾਜ ਵੀਰ ਉਹਨਾਂ ਨੇ ਇਹ ਸਵਾਲ ਬੜੇ ਪੁਆਇੰਟਡਲੀ ਬੜਾ ਫੋਕਸ ਕੀਤਾ ਇਸ ਗੱਲ ਤੇ ਕਿ ਉਸ ਸਮਾਜ 'ਚ ਅਸੀਂ ਬਰਾਬਰੀ ਭਾਲਦੇ ਹਾਂ ਹਜੇ, ਜਿੱਥੇ ਨਿਆਂ ਅਧਿਕਾਰੀ ਵੀ ਅਜੇ ਉਸ ਮਾਨਸਿਕਤਾ ਦੇ ਵਿੱਚ ਵਿਚਰਦੇ ਹੋਣ, ਜਿੱਥੇ ਔਰਤ ਜਿਹਨੇ ਉਹਨੂੰ ਨਪੀੜੇ ਹੈ, ਉਹਦੀ ਰੂਹ ਨੂੰ ਬਿਲਕੁਲ ਲਹੂ ਲੁਹਾਨ ਕਰਤਾ ਹੈ, ਤੁਸੀਂ ਸਾਰੀ ਜ਼ਿੰਦਗੀ ਉਹਦੇ ਨਾਲ ਰਹਿਣ ਦੇ ਲਈ ਤੁਸੀਂ ਪ੍ਰੇਰਿਤ ਕਰ ਰਹੇ ਹੋਗੇ, ਤੁਸੀਂ ਉਹਦੇ ਨਾਲ ਰਹੋਗੇ ਜਾਂ ਨਹੀਂ ਰਹੋਗੇ। ਅਜੇ ਉਹ ਮਾਈਂਡ ਸੈੱਟ ਹੈ, ਇਸ ਮਾਨਸਿਕਤਾ ਨੂੰ ਬਦਲਣ ਦਾ ਕੁਐਸਚਨ ਹੈ। ਜਿੰਨਾ ਚਿਰ ਮਾਨਸਿਕਤਾਵਾਂ ਨਹੀਂ ਬਦਲਦੀਆਂ, ਅੰਦਰ ਝਾਤ ਮਾਰ ਕੇ ਸਮੂਹਿਕ ਤੌਰ ਤੇ ਸਮਾਜ ਆਪਣੇ ਨਾਲ ਸੰਵਾਦ ਨਹੀਂ ਰਚਾਉਂਦਾ, ਉਨਾ ਚਿਰ ਉਹ ਗੱਲਾਂ ਹੋਣਗੀਆਂ, ਉਹਦੇ ਅਸਰ ਹੋਣਗੇ, ਪਰ ਉਹ ਲਿਮਟਡ ਹੋਣਗੇ, ਉਹ ਸੀਮਤ ਹੋਣਗੇ, ਅਜੇ ਵੱਡੇ ਅਸਰ ਨਹੀਂ ਪੈਣਗੇ ਉਸ ਪੱਧਰ ਦੇ ਉੱਤੇ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਦਿਆਂ ਦੱਸਿਆ ਵੀ ਕਿ ਸਮਾਜ ਵਿੱਚ ਔਰਤਾਂ ਨੂੰ ਜਿਹੜਾ ਹੈਗਾ ਬਰਾਬਰ ਅਧਿਕਾਰ ਦੇਣ ਦੇ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ, ਪਰ ਉਹ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋ ਪਾ ਰਹੇ, ਨਾ ਹੀ ਔਰਤਾਂ ਨੂੰ ਉਹਨਾਂ ਦੇ ਬਰਾਬਰ ਦੇ ਅਧਿਕਾਰ ਜਿਹੜੇ ਹੈਗੇ ਦਿੱਤੇ ਜਾ ਰਹੇ ਨੇ। ਇਸ ਲਈ ਜਿਹੜਾ ਹੈਗਾ ਸਰਕਾਰਾਂ ਨੂੰ ਵੀ ਨਿਯਮ ਕਾਨੂੰਨ ਅਤੇ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੀ ਲੋੜ ਹੈ, ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ, ਤਾਂ ਜੋ ਔਰਤਾਂ ਨੂੰ ਉਹਨਾਂ ਦੇ ਬਰਾਬਰ ਦੇ ਅਧਿਕਾਰ ਦਿੱਤੇ ਜਾ ਸਕਣ। ਕੱਲ੍ਹ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।